ਖਾਨ ਇੱਕ ਮਿਹਰਬਾਨੀ ਕਰ ਲੈ, ਅਗਰ ਉਹ ਸਾਡੀ ਗੱਲ ਇਮਰਾਨ ਖਾਨ ਪਹੁੰਚ ਰਹੇ, ਉਹ ਸਿਰਫ ਆਰਮੀ ਦੇ ਨਾਲ ਆਪਣਾ ਕੰਪਰੋਮਾਈਜ਼ ਕਰ ਲੈ। बेशक मियाँ साहब होन, जरदारी होवे, इमरान खान होवे, फजलुर रहमान होवे, कड़ा भी होवे, किसी ने कुछ नहीं दिता, गरीब ਨੂੰ कुछ नहीं दिता। इस मुल्क को बचाएगा इमरान खान, बचाएगा नहीं तो इस मुल्क का फिर अल्लाह ही हाफिज़ है। आ रहा परेशानी की तरफ धकेल रहा जी, हर तरफ महंगाई तो महंगाई बढ़ाई जा रहा, कोई गरीब आवाम का कुछ भी नहीं। अस्सलाम वालेकुम ख़वातीन व हज़रात, मेरा नाम है सलीम कैस और आप देख रहे हैं हेलो पाकिस्तान यूट्यूब चैनल। नाजरीन, आज की इस वीडियो में हम लोगों से पूछेंगे कि 21 अक्टूबर को मियाँ साहब वापस आ रहे हैं अपने मुल्क पाकिस्तान, और उनके आने से पहले यहाँ आवाम की कैसी तैयारियाँ चल रही हैं, उनके इस्तकबाल को आवाम लाहौर जाएगी उनका इस्तकबाल करने या नहीं जाएगी, और क्या उनके आने के बाद यहाँ के मुल्की हालात कुछ तब्दील होंगे या नहीं होंगे, क्या उनके बाद किसी को रोज़गार मिलेगा आने के बाद या नहीं मिलेगा। तो ये आवाम की राय, आवाम के ख्यालात आप लोगों के साथ शेयर करते हैं इस वीडियो में, बने रहिए आखिर तक। तो आइए वीडियो को शुरू करते हैं। अस्सलाम वालेकुम। वालेकुम सलाम। सारे इस महंगाई के दौर किवें तुहाडा गुजारा हो रहा, किवें मैनेज कर रहे हो? सर ਅਸੀਂ ਸੱਚ ਬੋਲਾਂਗੇ ਕਿਉਂਕਿ ਅਸੀਂ ਮਜ਼ਦੂਰ ਤਬਕਾ ਨਹੀਂ, ਅਸੀਂ ਕਾਰੋਬਾਰੀ ਬੰਦੇ ਹਾਂ। जी बोलो, सच बोलो। ਬਹੁਤ ਸੱਚ ਹੈਗਾ ਕਿ ਦੁਕਾਨਦਾਰ ਬੰਦੇ ਨੂੰ ਮਹਿੰਗਾਈ ਨਾਲ ਕੋਈ ਫਰਕ ਨਹੀਂ ਪਿਆ, क्यों? ਕਿਉਂਕਿ ਉਹਨਾਂ ਦਾ ਮਾਲ ਜੋ 100 ਦੀ ਚੀਜ਼ ਖਰੀਦੀ ਸੀ ਉਹ 200 ਦੀ ਹੋ ਗਈ 1 ਸਾਲ ਦੇ ਅੰਦਰ, ਤੇ ਸਾਡਾ ਤਾਂ ਪਿਆ ਮਾਲ ਡਬਲ ਹੋ ਗਿਆ। यानी कि तुहाडा तो फायदा है, आवाम शुद्ध गरीब तो पिस गई ना यार। ਗਰੀਬ ਆਵਾਮ ਉਹ ਪਿਸੀ ਜਿਹੜਾ ਮਜ਼ਦੂਰ ਤਬਕਾ ਹੈ, ਜਿਹਨੂੰ ਸਿਰਫ ਦਿਹਾੜੀ ਮਿਲਣੀ 600 700 800 900 ਬਸ, ਉਹ ਪਿਸ ਗਿਆ। ਤਾਜਰ ਬੰਦਾ ਅਗਰ ਕਹਿ ਰਿਹਾ ਨਾ ਕਿ ਮਹਿੰਗਾਈ ਅਸੀਂ ਮਰ ਗਏ, ਉਹ ਝੂਠ ਬੋਲ ਰਿਹਾ, ਕਿਉਂਕਿ ਸਾਡੀਆਂ ਚੀਜ਼ਾਂ ਪਈਆਂ ਡਬਲ ਹੋ ਗਈਆਂ। सारी गल है जी, तुम 100 की लई आई, वो इस टाइम तुहाडी 250 की विक रही है, तो नुकसान तो कोई नहीं। ਖਰੀਦ ਹੋ ਗਈ ਸਾਡੀ, ਤਾਂ ਪਹਿਲੇ 100 ਦੀ ਖਰੀਦ ਪਈ ਸੀ, ਅਸੀਂ ਲਈ ਸੀਗੀ 100 ਦੀ ਵਿਕਰੀ ਸੀ, 90 ਦੀ ਖਰੀਦੀ ਸੀ, ਉਹ ਹੁਣ 200 ਦੀ ਖਰੀਦ ਹੋ ਗਈ। ਤਾਜਰ ਬੰਦੇ ਨੂੰ ਕੋਈ ਨੁਕਸਾਨ ਨਹੀਂ ਹੈ, ਜੋ ਵੀ ਕਹਿੰਦਾ ਉਹ ਗਲਤ ਬੋਲਦਾ, ਕਿਉਂਕਿ ਉਹਦਾ ਮਾਲ ਪਿਆ ਡਬਲ ਹੋ ਗਿਆ, ਪਿਸ ਰਿਹਾ ਵਿਚਾਰਾ ਮਜ਼ਦੂਰ ਪਿਸ ਰਿਹਾ। फिर तुसी मियाँ साहब आ रहे हैं 21 अक्टूबर ਨੂੰ, क्या उन्होंने वोट दोगे? ਵੋਟ ਮੈਂ ਇਮਰਾਨ ਖਾਨ ਨੂੰ ਦਵਾਂਗਾ, ਨਵਾਜ਼ ਸ਼ਰੀਫ ਨੂੰ ਨਹੀਂ ਦੇਣਾ। क्यों? ਇਮਰਾਨ ਖਾਨ ਦਲੇਰ ਬੰਦਾ ਜੀ, ਬੈਠਾ ਹੈ, ਦੌੜਿਆ ਨਹੀਂ, ਉਹ ਬੈਠਾ ਅੰਦਰ, ਉਹਨੇ ਕਿਹਾ ਬੈਠਾ ਹੈ। ਸ਼ੇਰ ਦੌੜਦਾ ਨਹੀਂ, ਗਿੱਦੜ ਦੌੜਦਾ ਹੁੰਦਾ ਹੈ। ਗਿੱਦੜ ਨੂੰ ਡਰ ਹੁੰਦਾ ਹੈ ਕਿ ਮੈਨੂੰ ਖਾ ਜਾਣਗੇ ਇਹ ਸਾਰੇ, ਗਿੱਦੜ ਦੌੜ ਜਾਏਗਾ। ਸ਼ੇਰ ਉੱਥੇ ਇਕੱਲਾ ਖਲੋਤਾ ਹੁੰਦਾ ਹੈ ਕਿ ਮੈਂ ਖਲੋਤਾ ਹਾਂ, ਆਓ ਕਿਸੇ ਮੁਕਾਬਲਾ ਕਰੋ, ਮੇਰਾ ਮੁਕਾਬਲਾ ਆ ਕੇ। ਨਵਾਜ਼ ਸ਼ਰੀਫ ਨੂੰ 2 ਦਿਨ ਰਿਹਾ ਮਿੰਨਤਾਂ ਤਰਲੇ ਅਮਰੀਕਾ ਦੀ, ਸਊਦੀਆ ਦੀ, ਕਿ ਮੈਨੂੰ ਕਢਾ ਲਓ ਮੈਂ ਮਰ ਜਾਵਾਂਗਾ। ਉਹ ਸ਼ੇਰ ਬੈਠਾ, ਉਹ ਕਿਸੇ ਨੂੰ ਨਹੀਂ ਮਿਲ ਰਿਹਾ, ਉਹ ਕਹਿੰਦਾ ਕੋਈ ਮਸਲਾ ਨਹੀਂ, ਮੇਰੀ ਅਗਰ ਇੱਥੇ ਹੀ ਮੇਰੀ ਇੱਥੇ ਆ ਜਾਏਗੀ ਮੌਤ। अगर याद रखना, इमरान खान जब बाहर आ गया ना, तो नवाज शरीफ वर्गे जंगल देखे जो शेर गुड़ाते तो गिद्दड़ पिछे ਨੂੰ दुम करके दौड़ पैंदे ने, ਇਹਨਾਂ ਨੇ ਦੌੜ ਜਾਣਾ। ਜਦੋਂ ਇਮਰਾਨ ਖਾਨ ਬਾਹਰ ਆਇਆ ਨਾ, ਉਹਨੇ ਸਭ ਨੂੰ ਲਿਟਾ ਦੇਣਾ ਫੜ ਕੇ ਇੱਕ ਵਾਰੀ, ਔਰ ਇਹ ਲੀਡਰ ਬਣ ਕੇ ਨਿਕਲੇਗਾ। ਪਹਿਲੇ ਇਹ ਇੱਕ ਸ਼ਖਸੀਅਤ ਸੀ, ਹੁਣ ਇਹ ਲੀਡਰ ਹੋ ਗਿਆ। ਹੁਣ ਜਦੋਂ ਨੇ ਆਣਾ ਹੈ, ਹੁਣ ਲੀਡਰ ਬਣ ਕੇ ਨਿਕਲੇਗਾ ਕਿ ਆਵਾਮ ਕਹੇਗੀ ਬਾਕੀ ਅਸਲ ਜਿਹੜਾ ਹੁਕਮਰਾਨ ਹੈ ਇਹੀ ਹੈ ਜੋ ਇਸ ਕੌਮ ਨੂੰ ਬਚਾਏਗਾ। ਔਰ ਮੇਰੀ ਗੱਲ ਯਾਦ ਰੱਖਣਾ, ਹਾਫਿਜ਼ ਸਾਹਿਬ जनरल साढ़े जो अपने आर्मी चीफ ने, और इमरान खान, जोड़ी अगर रल गई है, 2 नहीं होंगे 11 होंगे, और इन्होंने लम्बे पा देना सारे जिन्होंने मुल्क का बेड़ा अगर करता ना, दोनों बंदों इमेज भी उन्होंने वही है और टारगेट भी वही है जो इमरान खान कहता सी, मेरा पिटता गया कि यह गलत हो रहा है। और हाफिज साहब साढ़े सारे आर्मी चीफ, वो भी इसी काम को लैके बह गए कि नहीं, वो इमरान खान जो कह रहा सही कह रहा सी। इस मुल्क को खाने वाले बहुत ने, बनाने वाले कोई नहीं है। जिस दिन इमरान खान बाहर आ गया और हाफिज मुनीर इकट्ठे रह गए दोनों, तो ਤੁਹਾਡਾ ਮੁਲਕ इंशाल्लाह इंडिया तो भी अगे चला जाएगा। अच्छा, यानी कि ਤੁਹਾਡੇ ਆਖਣ ਦਾ ਮਕਸਦ ਹੈ ਕਿ ਅਗਰ ਇਮਰਾਨ ਖਾਨ ਆਂਦਾ ਹੈ ਫਰੰਟ ਤੇ ਇਹ ਮੁਲਕ ਬਹੁਤ ਅੱਗੇ ਜਾ ਸਕਦਾ ਹੈ, ਔਰ ਅਗਰ ਆ ਜਾਏ ਇਮਰਾਨ ਖਾਨ ਦੇ ਨਾਲ ਉਹਦੀ ਜੋ ਨਾਲ ਹੈ ਨਾ, ਉਹਦੇ MN MPA, ਉਹ ਚੋਰ ਨਾ ਹੋਣ। ਇਮਰਾਨ ਖਾਨ ਦੇ ਨਾਲ ਜੋ ਰਲੇ ਸੀ ਨਾ, ਉਹ ਸਾਰੇ ਖਾਣ ਵਾਲੇ ਸੀ, ਉਹ ਆਪਣੇ ਮਤਲਬ ਪੂਰੇ ਕਰ ਗਏ ਸਾਰੇ। ਇਮਰਾਨ ਖਾਨ ਵਿਚਾਰਾ ਸੱਚਾ ਸੀ, ਉਹ ਇਕੱਲਾ ਫਸ ਗਿਆ। ਇਸ ਟਾਈਮ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਚੁੱਕਿਆ ਹੈ, ਬਿਲਕੁਲ ਆਵਾਮ ਨੂੰ ਸਮਝ ਆ ਗਈ ਹੈ। ਹੁਣ ਜਦੋਂ ਇਮਰਾਨ ਖਾਨ ਸਾਹਮਣੇ ਆਉਣਾ ਹੈ ਫਰੰਟ ਤੇ, ਇਮਰਾਨ ਖਾਨ ਇੱਕ ਮਿਹਰਬਾਨੀ ਕਰ ਲੈ, ਅਗਰ ਉਹ ਸਾਡੀ ਗੱਲ ਇਮਰਾਨ ਖਾਨ ਪਹੁੰਚ ਰਹੇ, ਉਹ ਸਿਰਫ ਆਰਮੀ ਦੇ ਨਾਲ ਆਪਣਾ ਕੰਪਰੋਮਾਈਜ਼ ਕਰ ਲੈ। ਮੈਂ ਕਹਿ ਰਿਹਾ ਮੁਲਕ ਠੀਕ ਹੋ ਜਾਏਗਾ। ਆਰਮੀ ਦੇ ਨਾਲ ਕੰਪਰੋਮਾਈਜ਼ ਕਰਨ ਦਾ ਕੀ ਮਕਸਦ ਹੈ, ਕੀ ਫਾਇਦਾ ਹੋਏਗਾ ਉਹਨਾਂ ਨੂੰ? ਫਾਇਦਾ ਇਹ ਹੋਏਗਾ ਸਰ, ਇੱਕ ਤਾਂ ਚਲੋ ਸੀਟ ਤੇ ਬੈਠੇਗਾ, ਲੇਕਿਨ ਉਹ ਇਹ ਕਹਿ ਰਹੇ ਨਾ 2/3, ਮੇਰੇ ਹਿਸਾਬ ਨਾਲ ਉਹ ਸਾਰੀ ਸੀਟਾਂ ਹੀ ਉਹੀ ਲੈ ਜਾਏਗਾ। ਇਮਰਾਨ ਖਾਨ ਦਾ ਸਿਰਫ ਨਾਮ ਹੀ ਚੱਲਣਾ, ਨਵਾਜ਼ ਸ਼ਰੀਫ ਵਗੈਰਾ ਸਿਰਫ ਮੂੰਹ ਦੇਖਦੇ ਰਹਿ ਜਾਣਾ ਹੈ ਕਿ ਸਾਨੂੰ। ਜਿਸ ਤਰ੍ਹਾਂ ਹੁਣ ਅਕਸਰੀਅਤ ਅਸੀਂ ਦੇਖਦੇ ਹਾਂ ਨਾ ਕਿ ਇਮਰਾਨ ਖਾਨ ਦੇ ਨਾਲ ਹੈ, ਸੋਸ਼ਲ ਮੀਡੀਆ ਤੇ ਦੇਖ ਲਓ, ਆਮ ਰੂਟੀਨ ਵਿੱਚ ਤੁਸੀਂ ਬਾਜ਼ਾਰ ਵਿੱਚ ਵੇਖ ਲਓ, ਤੇ
ਚਾਂਸ ਬਹੁਤ ਜ਼ਿਆਦਾ ਹਨ ਕਿ ਉਹ ਆਣਗੇ ਫਰੰਟ ਤੇ। ਆਵਾਮ ਡਰੀ ਹੈ 9 ਮਈ ਦੇ ਵਾक़ੇ ਦੇਖ ਕੇ, ਜਿਸ ਤਰ੍ਹਾਂ ਆਰਮੀ ਨੂੰ ਉਠਾ ਕੇ ਬੰਦੇ ਲਿਜਾ ਕੇ ਮਾਰੇ ਹੈ ਨਾ, ਆਵਾਮ ਡਰੀ ਹੈ, ਬੋਲ ਨਹੀਂ ਰਹੀ। ਜਿਸ ਦਿਨ ਇਹ ਖਤਮ ਹੋ ਗਿਆ ਨਾ ਡਰ, ਉਹਨੇ कहा फौज ने कहता ना हूँ तुम जिस तरह मर्जी अपने पेश करो। मैं बता रहा हूँ अब अवाम को बता रहा हूँ कि जब इमरान खान बाहर निकलेगा ना, जो कह रहे ना आज ही नहीं नहीं नहीं, सबसे आगे वही झंडा लेके निकला होगा इंशाल्लाह जी, इंशाल्लाह। इमरान खान है जी सर, इस मुल्क को बचाएगा इमरान खान, बचाएगा नहीं तो इस मुल्क का फिर अल्लाह ही हाफ़िज़ है। अस्सलाम वालेकुम। वालेकुम अस्सलाम। सर जी, जिस तरह के तुसी देख रहे हो रोज़ दिन ब दिन महंगाई बढ़ती जा रही है, इस महंगाई दे विच किवें तुहाडा गुजारा हो रहा? सर हमारा गुजारा हो ही नहीं रहा, क्योंकि हमारे पास ना कोई गाहक आ रहा है, ना बाज़ार खाली पड़े हैं, बिल्कुल हालात है नहीं है। बच्चों की फीसां दित्तियां नहीं जांदियां पियां, बिजली के बिल नहीं दिते जा रहे हैं, हर दिन नया जो भी आ रहा है ना, परेशानी का आ रहा। परेशानी की तरफ धकेल रहा जी, हर तरफ महंगाई तो महंगाई बढ़ाई जा रहा, कोई गरीब आवाम का कुछ भी नहीं सोच रहा। नहीं सोचा सर, साढ़े लिए क्यामत वाला मंजर है सर। अपने पल्लियों खाने पे हैं, पल्लियों बच्चों की हर शैब कम करने पे। फिर किस तरह तुसी गुजारा कर रहे हो जो कारोबार नहीं है, तो रोज़गार मिल नहीं रहा, फिर किवें तुसी? सर जी जेबां खाली पईयां ने, जेबां च है ही कख नहीं है, खाली रुमाल, हर शै खाली। क्या करिए? ਇਹ ਸਰ ਤੁਸੀਂ ਦੇਖ ਰਹੇ ਹੋ ਐਡੀ ਵੱਡੀ ਦੁਕਾਨ ਹੈ ਕੱਪੜੇ ਦੀ, ਔਰ ਕੱਪੜੇ ਦੀ ਦੁਕਾਨ ਹੋਣ ਦੇ ਬਾਵਜੂਦ ਇੱਕ ਮਤਲਬ ਤਾਜਰ ਲੋਕ ਹਨ, ਔਰ ਜੇਬ ਇਹਨਾਂ ਦੀ ਵੇਖੋ ਜੀ ਖਾਲੀ ਹੈ, ਇੱਕ ਰੁਮਾਲ ਦਾ ਟੁਕੜਾ ਮਿਲਿਆ ਹੈ, ਉਸ ਤੋਂ ਇਲਾਵਾ ਕੋਈ ਅਜੇ ਤੱਕ ਸਵੇਰ ਦੀ ਦਿਹਾੜੀ ਨਹੀਂ ਲੱਗੀ। ਇਹ ਹਾਲਾਤ ਨੇ ਇਸ ਟਾਈਮ ਮੁਲਕ ਦੇ, ਖਾਲੀ ਪਈਆਂ ਨੇ, ਇਸ ਟਾਈਮ ਖਾਲੀ ਪਏ ਨੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਉਸ ਤੋਂ ਇਲਾਵਾ ਬਾਜ਼ਾਰ 'ਚ ਜਿੰਨੇ ਵੀ ਨੇ ਕਾਰਪੋਰੇਸ਼ਨ ਵਾਲੇ ਤੰਗ ਕਰ ਰਹੇ ਨੇ ਹਰ ਪਾਸੇ। ਅੱਛਾ, ਇਹ ਕਾਰਪੋਰੇਸ਼ਨ ਵਾਲੇ ਕਿਉਂ ਤੰਗ ਕਰ ਰਹੇ ਨੇ, ਕਿਵੇਂ ਤੰਗ ਕਰ ਰਹੇ ਨੇ ਤੁਹਾਨੂੰ? ਮਤਲਬ ਕਿ ਜੀ ਬਾਹਰ ਸਮਾਨ ਨਹੀਂ ਲਾਣਾ ਜੀ ਤੁਸੀਂ, ਅੱਲਾ ਕੇ ਫਾਈਲਰ ਨੇ ਸਭ ਕੁਝ ਹੋਣ ਦੇ ਬਾਵਜੂਦ ਕਹਿੰਦੇ ਬਾਹਰ ਨਹੀਂ ਲਾਣਾ ਜੀ। ਔਰ ਅਗਲੇ ਨੂੰ ਦੁਕਾਨਦਾਰਾਂ ਨੂੰ ਕਿਸੇ ਨੂੰ ਸੀਲ ਦੁਕਾਨਾਂ ਕਰਦੇ ਨੇ, 20,000 ਲਾਉਂਦੇ ਨੇ, 25,000 ਲੈਂਦੇ ਨੇ, ਸੀਲਾਂ ਕਰ ਕਰਕੇ ਲਈ ਜਾਂਦੇ ਪਏ ਨੇ, ਆਪਣੀਆਂ ਜੇਬਾਂ ਭਰਦੇ ਪਏ ਨੇ। ਅੱਛਾ ਸਰ, 21 ਅਕਤੂਬਰ ਨੂੰ ਮੀਆਂ ਸਾਹਿਬ ਆ ਰਹੇ ਨੇ ਪਾਕਿਸਤਾਨ ਵਾਪਸ, ਕਿਆ ਉਹਨਾਂ ਦੇ ਆਉਣ ਤੋਂ ਬਾਅਦ ਕੋਈ ਚਾਂਸ ਹੈ ਮੁਲਕ ਦੇ ਹਾਲਾਤ? ਸਰ ਜੀ ਮੁਲਕ ਦੇ ਵਿੱਚ ਬਚਿਆ ਹੀ ਕੱਖ ਨਹੀਂ। ਮੀਆਂ ਸਾਹਿਬ ਆ ਵੀ ਜਾਂਦੇ, ਉਹਨਾਂ ਨੇ ਕੋਈ ਪੱਲਿਓ ਲਾ ਦੇਣਾ ਕੁਝ, ਉਹ ਲੁੱਟ ਕੇ ਲੈ ਗਏ ਨੇ, ਤੇ ਪੱਲਿਓ ਕਿਸੇ ਨੇ ਕੁਝ ਨਹੀਂ ਲਾਣਾ। ਉਹਨਾਂ ਦੇ ਆਉਣ ਨਾਲ ਵੀ ਕੋਈ ਫਰਕ ਨਹੀਂ ਸਾਨੂੰ ਪੈਣਾ, ਤੇ ਉਹਨਾਂ ਦੇ ਜਾਣ ਨਾਲ ਵੀ ਸਾਨੂੰ ਕੋਈ ਨਹੀਂ ਫਰਕ ਪਿਆ। ਉਹਨਾਂ ਜਾਣ ਨਾਲ ਇਹ ਵੇ ਕਿ ਇੱਥੋਂ ਕਮਾਈ ਲੁੱਟ ਕੇ ਬਾਹਰ ਲੈ ਗਏ ਨੇ। ਹੁਣ ਇਸ ਮੁਲਕ ਨੂੰ ਦੁਬਾਰਾ ਆਪਣੇ ਕਦਮਾਂ ਤੇ ਖੜਨ ਕਰਨ ਵਾਸਤੇ, ਜਾਂ ਜਿਸ ਤਰ੍ਹਾਂ ਪਹਿਲੇ ਚੱਲ ਰਿਹਾ ਸੀ ਸਹੀ ਸਟੇਬਲ, ਉਸ ਤਰ੍ਹਾਂ ਕਰਨ ਵਾਸਤੇ ਕੀ ਜਨਾਬ ਇਕਦਾਮਾਤ? ਕੋਈ ਹਕਮਤ ਅਮਲੀ ਨਹੀਂ, ਕੋਈ ਕੁਝ ਨਹੀਂ ਇਹਨਾਂ ਦੇ ਪੱਲੇ ਹੈਗਾ, ਨਾ ਕੁਝ ਹੋਣਾ ਨੇ। ਵੋਟ ਤੁਸੀਂ ਕਿਸ ਨੂੰ ਦਿਓਗੇ? ਸਰ ਇਸ ਦਫਾ ਤੇ ਸਾਡਾ ਮੂਡ ਹੀ ਕੋਈ ਨਹੀਂ ਕਿਸੇ ਨੂੰ ਵੀ ਵੋਟ ਦੇਣ ਦਾ, ਕਿਉਂਕਿ ਸਾਡੇ ਲਈ ਇਹਨਾਂ ਨੇ ਕੀਤਾ ਹੀ ਕੱਖ ਨਹੀਂ, ਕੁਝ ਵੀ ਨਹੀਂ ਕੀਤਾ। ਕਿਸੇ ਨੂੰ ਦੇਣਾ ਤਾਂ ਚਾਹੀਦਾ ਨਾ। ਸਰ ਜੀ ਕੀ ਕਰੀਏ ਦੇ ਕੇ ਫਾਇਦਾ, ਲਾਈਨਾਂ 'ਚ ਲਾ ਕੇ ਵੋਟ ਦਿਓ, ਮੁੜ ਕੇ ਸਾਡੇ ਕੋਲੇ ਕੰਮ ਹੁੰਦੇ ਨੇ। ਅੱਜ ਤੱਕ ਕੋਈ ਕੰਮ ਕਰਵਾਇਆ ਹੀ ਨਹੀਂ ਅਸਾਂ। ਗੱਲ ਤਾਂ ਕੋਈ ਸ਼ੱਕ ਨਹੀਂ ਜੀ, ਅੱਜ ਤੱਕ ਕੋਈ ਕੰਮ ਨਹੀਂ ਇਹਨਾਂ ਦੇ ਕੋਲੋਂ ਕਰਵਾਇਆ। ਕਦੀ ਕੋਈ ਗਲੀ, ਕਦੀ ਕੋਈ ਸੜਕ, ਕਦੀ ਕੋਈ ਫੁੱਟਪਾਥ ਅੱਜ ਤੱਕ ਬਣਵਾਇਆ ਹੀ ਨਹੀਂ, ਤੇ ਸਾਨੂੰ ਕੀ ਫਾਇਦਾ ਨਾ ਹੁਕੂਮਤਾਂ ਦਾ। ਸਰ ਜੀ ਇਹ ਜਦੋਂ 13 ਪਾਰਟੀਆਂ ਨੇ ਇਕੱਠਾ ਗੱਠ ਜੋੜ ਕੀਤਾ, ਉਹਨਾਂ ਆਖਿਆ ਅਸੀਂ ਬੜੇ ਤਜਰਬਾਕਾਰ ਹਾਂ, ਅਸੀਂ ਮੁਲਕ ਨੂੰ ਜਨਾਬ ਜੀ ਪਤਨੀ ਕਿੱਥੋਂ ਦਾ ਕਿੱਥੇ ਲੈ ਕੇ ਚਲੇ ਜਾਵਾਂਗੇ, ਔਰ ਉਹ ਹੁਣ ਤੁਹਾਨੂੰ ਸਾਹਮਣੇ ਦਿਖਾਈ ਦੇ ਹੀ ਰਿਹਾ ਕਿ ਜਿੱਥੇ ਮੁਲਕ ਚਲਾ ਗਿਆ ਹੈ। ਜੀ ਜੀ, ਤਬਾਹੀ ਦੇ ਦਾਨੇ ਤੇ ਚਲਾ ਗਿਆ ਜੀ ਮੁਲਕ। ਹੁਣ ਜੇ ਕਹੀਏ ਨਾ ਸਟੈਬਲਿਸ਼ਮੈਂਟ ਹੋ ਜਾਏ, ਫਲਾਨਾ ਹੋ ਜਾਏ, ਟਮਕੀਨਾ ਹੋ ਜਾਏ, ਕੁਝ ਵੀ ਨਹੀਂ ਹੋਣਾ ਇਸ ਮੁਲਕ 'ਚ। ਕਿਸੇ ਨੇ ਕੋਈ ਆਪਣੀ ਜੇਬ 'ਚੋਂ ਆ ਕੇ ਕੱਖ ਵੀ ਨਹੀਂ ਲਾਣਾ। ਬਿਲਕੁਲ ਇਸੇ ਤਰ੍ਹਾਂ। ਤੇ ਅਗਰ ਇਮਰਾਨ ਖਾਨ ਸਾਹਿਬ ਨੂੰ ਇੱਕ ਕੰਮ ਕਰਨਗੇ ਕਿ ਜਿੱਤਣ ਵਾਸਤੇ, ਵੋਟਾਂ ਵਾਸਤੇ ਨਾ ਪੈਸੇ ਦੇ ਕੇ ਵੋਟ ਖਰੀਦਣਗੇ ਲੋਕਾਂ ਕੋਲੋਂ, ਹੋਰ ਇਹਨਾਂ ਨੇ ਕੁਝ ਵੀ ਨਹੀਂ ਕਰਨਾ। ਯਾਨੀ ਕਿ ਹਰ ਬੰਦੇ ਨੂੰ 1000, 500, 2000, 5,000 ਦੇ ਕੇ ਇਹਨਾਂ ਨੇ ਵੋਟ ਖਰੀਦਣੇ ਨੇ, ਹੋਰ ਕੁਝ ਵੀ ਨਹੀਂ ਇਹਨਾਂ ਦੇ ਪੱਲੇ ਗੱਲਬਾਤ। ਬੇਸ਼ੱਕ ਮੀਆਂ ਸਾਹਿਬ ਹੋਣ, ਜ਼ਰਦਾਰੀ ਹੋਵੇ, ਇਮਰਾਨ ਖਾਨ ਹੋਵੇ, ਫਜ਼ਲੁਰ ਰਹਿਮਾਨ ਹੋਵੇ, ਕਿਹੜਾ ਵੀ ਹੋਵੇ, ਕਿਸੇ ਨੇ ਕੁਝ ਨਹੀਂ ਦਿੱਤਾ, ਗਰੀਬ ਨੂੰ ਕੁਝ ਨਹੀਂ ਦਿੱਤਾ, ਗਰੀਬ ਨੂੰ ਰਗੜ ਦਿੱਤਾ ਨੇ ਇਹਨਾਂ ਨੇ ਸਾਰਿਆਂ। ਅਮੀਰ ਤਰ ਹੁੰਦਾ ਵੈਂਦਾ, ਵਿਚਾਰਾ ਗਰੀਬ ਟੈਕਸ ਲਾਣਾ ਸੀ, IMF ਨੇ ਕਿਹਾ ਸੀ ਕਰਜ਼ਾ ਦੇਣ ਤੋਂ ਪਹਿਲੇ ਕਿ ਟੈਕਸ ਲਾਣਾ ਅਮੀਰ ਬੰਦੇ ਉੱਤੇ, ਇਹਨਾਂ ਨੇ ਰਗੜ ਦਿੱਤਾ ਸਾਰੇ ਗਰੀਬਾਂ ਨੂੰ। ਹਾਂ, ਅਮੀਰ ਬੰਦੇ ਤੇ ਕੋਈ ਟੈਕਸ ਨਹੀਂ, ਵਿਚਾਰਾ ਟੈਕਸ ਭੁਗਤ ਰਿਹਾ, ਉਹਨਾਂ ਤੇ ਕੋਈ ਟੈਕਸ ਨਹੀਂ। ਜਿਹੜਾ ਇੱਕ ਛੋਟਾ ਤਬਕੇ ਵਾਲਾ ਮਜ਼ਦੂਰ ਹੈ ਬੰਦਾ, ਇਹਨੂੰ ਕੋਈ, ਇਹਦੇ ਉੱਤੇ ਟੈਕਸ ਜ਼ਿਆਦਾ ਪਾਤਾ, ਤੇ ਜੋ ਟੈਕਸ ਦੇਣਾ ਇਸ ਦੇਣਾ, ਉਸ ਕੋਈ ਨਹੀਂ ਦੇਣਾ। ਇਸ ਦੇ ਵੀ ਦੁੱਖ